ਵੈਲਕਮ ਟੂ ਇਲੈਕਟ੍ਰੋਨਿਕ ਵੋਕੇਸ਼ਨਲ। ਅੱਜ ਦੀ ਇਸ ਵੀਡੀਓ 'ਚ ਆਪਾਂ ਟੌਪਿਕ ਕਰਾਂਗੇ SMPS, ਜਿਸ ਦੀ ਫੁੱਲ ਫਾਰਮ ਹੈ ਸਵਿਚ ਮੋਡ ਪਾਵਰ ਸਪਲਾਈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਪਾਵਰ ਸਪਲਾਈ ਦੀ ਜ਼ਰੂਰਤ ਕਿੱਥੇ ਹੁੰਦੀ ਹੈ। ਜਿਵੇਂ ਕਿ ਆਪਾਂ ਆਪਣੇ ਸਿਲੇਬਸ ਦੇ ਵਿੱਚ ਟੀਵੀ ਬਾਰੇ ਪੜ੍ਹ ਰਹੇ ਹਾਂ। ਜਿਹੜਾ ਸਾਡਾ ਟੀਵੀ ਰਿਸੀਵਰ ਹੈ, ਵੈਸੇ ਤਾਂ ਪਾਵਰ ਸਪਲਾਈ ਬਹੁਤ ਜਗ੍ਹਾ ਵਰਤੀ ਜਾਂਦੀ ਹੈ, ਪਰ ਮੈਂ ਐਜ਼ ਪਰ ਸਿਲੇਬਸ ਤੁਹਾਡੇ ਨਾਲ ਡਿਸਕਸ ਕਰਦੀ ਹਾਂ ਕਿ ਜਿਹੜਾ ਸਾਡੇ ਟੀਵੀ ਦਾ ਰਿਸੀਵਰ ਹੁੰਦਾ ਹੈ, ਰਿਸੀਵਰ ਦੇ ਵਿੱਚ ਬਹੁਤ ਸਾਰੇ ਕੰਪੋਨੈਂਟਸ ਨੂੰ ਏਸੀ ਸਪਲਾਈ ਦੇ ਨਾਲ ਨਾਲ ਡੀਸੀ ਸਪਲਾਈ ਵੀ ਚਾਹੀਦੀ ਹੈ। ਸੋ ਟੀਵੀ ਰਿਸੀਵਰ ਦੇ ਵਿੱਚ ਇੱਕ ਪਾਵਰ ਸਪਲਾਈ ਲਗਾ ਦਿੱਤੀ ਜਾਂਦੀ ਹੈ, ਜਿਹੜੀ ਏਸੀ ਟੂ ਡੀਸੀ ਕਨਵਰਟ ਕਰਕੇ ਆਪਣੇ ਆਪ ਉਹ ਕੰਪੋਨੈਂਟਸ ਨੂੰ ਪ੍ਰੋਵਾਈਡ ਕਰਦੀ ਹੈ। ਕਿਸੇ ਨੂੰ 8 ਵੋਲਟ, ਕਿਸੇ ਨੂੰ 6, ਕਿਸੇ ਨੂੰ 10। ਇਹ ਵੀ ਨਹੀਂ ਕਿ 1 ਵੋਲਟ ਹੀ ਪੈਦਾ ਕਰਦੀ ਹੈ, ਅਲੱਗ-ਅਲੱਗ ਕਾਫੀ ਸਾਰੇ ਇਹਦੇ ਆਪਾਂ ਕਹਿ ਸਕਦੇ ਹਾਂ ਕਿ ਆਪਸ਼ਨਸ ਹੁੰਦੀਆਂ ਨੇ, ਰੇਂਜ ਹੁੰਦੀ ਹੈ ਕਿ ਜਿੰਨੀ ਪਾਵਰ ਸਪਲਾਈ ਸਾਨੂੰ ਚਾਹੀਦੀ ਆ ਉਹਦੇ ਮੁਤਾਬਕ ਇੱਕ ਸਰਕਿਟ ਇੰਸਟਾਲ ਕਰ ਦਿੱਤਾ ਜਾਂਦਾ ਪਾਵਰ ਸਪਲਾਈ ਦਾ। ਫਿਰ ਜਿਹੜੇ ਕੰਪੋਨੈਂਟ ਨੂੰ ਜਿੰਨੀ ਡੀਸੀ ਚਾਹੀਦੀ ਹੈ ਉਹ ਸਰਕਿਟ ਇਹ ਪ੍ਰੋਵਾਈਡ ਕਰਦਾ ਰਹਿੰਦਾ। ਇਸ ਟੌਪਿਕ ਨੂੰ ਸਮਝਣ ਦੇ ਲਈ ਤੁਹਾਨੂੰ ਪਹਿਲਾਂ ਰੈਕਟੀਫਿਕੇਸ਼ਨ ਕੀ ਹੈ, ਫਿਲਟਰੇਸ਼ਨ ਕੀ ਹੈ, ਇਹ ਸਾਰਾ ਕੁਝ ਪਤਾ ਹੋਣਾ ਚਾਹੀਦਾ, ਕਿਉਂਕਿ ਆਪਾਂ ਇਸ ਦੇ ਵਿੱਚ ਜ਼ਿਆਦਾ ਡਿਟੇਲ 'ਚ ਨਾ ਜਾਂਦੇ ਹੋਏ ਮੈਂ ਸਿਰਫ ਐਨੀ ਟਰਮ ਯੂਜ਼ ਕਰੂੰਗੀ ਕਿ ਰੈਕਟੀਫਾਈ ਕੀਤਾ ਜਾਂਦਾ। ਸੋ ਪਹਿਲਾਂ ਰੈਕਟੀਫਿਕੇਸ਼ਨ, ਫਿਲਟਰੇਸ਼ਨ ਪਤਾ ਹੋਣੀ ਚਾਹੀਦੀ ਹੈ। ਸੋ ਆਪਾਂ ਹੁਣ ਟੌਪਿਕ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ 1 ਨੰਬਰ ਦਾ ਕੁਐਸਚਨ ਬਣਦਾ ਹੈ SMPS ਦੀ ਫੁੱਲ ਫਾਰਮ ਕੀ ਹੈ? ਸਵਿਚ ਮੋਡ ਪਾਵਰ ਸਪਲਾਈ। ਇਹਨੂੰ ਸਵਿਚ ਮੋਡ ਪਾਵਰ ਸਪਲਾਈ ਕਿਉਂ ਕਹਿੰਦੇ ਨੇ? ਸਭ ਤੋਂ ਪਹਿਲਾਂ ਆਪਾਂ ਇਹਦੀ ਪਰਿਭਾਸ਼ਾ ਲਿਖਾਂਗੇ। ਜਿਹੜੀ ਲੀਨੀਅਰ ਪਾਵਰ ਸਪਲਾਈ ਹੁੰਦੀ ਹੈ ਉਹ ਬਹੁਤ ਬਲਕੀ ਹੁੰਦੀ ਹੈ, ਉਹ 'ਚ ਜਿਹੜਾ ਟਰਾਂਸਫਾਰਮਰ ਹੈ ਉਹ ਕਾਫੀ ਹੈਵੀ ਹੁੰਦਾ ਹੈ। ਲੇਕਿਨ ਅੱਜ ਕੱਲ੍ਹ ਜਿਹੜੇ ਇਲੈਕਟ੍ਰੋਨਿਕਸ ਦੀਆਂ ਚੀਜ਼ਾਂ ਆ ਰਹੀਆਂ ਨੇ ਉਹ ਮੋਡੂਲਰ ਆ ਰਹੀਆਂ ਨੇ, IC ਫਾਰਮ 'ਚ ਆ ਰਹੀਆਂ ਨੇ। ਸੋ ਅਸੀਂ ਇਸ SMPS ਸਪਲਾਈ ਦੀ ਵਰਤੋਂ ਦੇ ਨਾਲ ਆਪਣੇ ਸਰਕਿਟ ਦਾ ਸਾਈਜ਼ ਤੇ ਭਾਰ ਦੋਨਾਂ ਨੂੰ ਰਿਡਿਊਸ ਕਰ ਸਕਦੇ ਹਾਂ, ਕਿਉਂਕਿ ਇਸ ਦੇ ਵਿੱਚ ਟਰਾਂਜਿਸਟਰ ਲੱਗੇ ਹੁੰਦੇ ਨੇ ਜਿਹੜੇ ਸਵਿਚਿੰਗ ਦਾ ਕੰਮ ਕਰਦੇ ਨੇ। ਸਪੀਡੀ ਸਰਕਿਟ ਹੈ, ਬਲਕੀ ਨਹੀਂ ਹੈ, weight ਘੱਟ ਹੈ, ਸਾਈਜ਼ ਘੱਟ ਹੈ। ਇਸੇ ਲਈ ਅੱਜ ਕੱਲ੍ਹ ਜਿੰਨੇ ਵੀ ਇਲੈਕਟ੍ਰੋਨਿਕ ਇਕਵਿਪਮੈਂਟ ਨੇ ਜਿਹਦੇ ਵਿੱਚ ਸਾਨੂੰ ਪਾਵਰ ਸਪਲਾਈ ਚਾਹੀਦੀ ਹੈ ਉੱਥੇ SMPS ਸਪਲਾਈ ਵਰਤੀ ਜਾਂਦੀ ਹੈ। ਇਸ ਵਿੱਚ ਟਰਾਂਜਿਸਟਰ ਹੁੰਦੇ ਨੇ ਜਿਹੜੇ ਸਵਿਚਿੰਗ ਦਾ ਕੰਮ ਕਰਦੇ ਨੇ, ਉਹਨਾਂ ਦੀ ਐਫੀਸ਼ੀਐਂਸੀ ਜ਼ਿਆਦਾ ਹੈ, ਉਹਨਾਂ ਦਾ ਪਾਵਰ ਖਰਚਾ ਘੱਟ ਹੈ, ਸਪੀਡੀ ਆਪਰੇਸ਼ਨ ਕਰਦੇ ਨੇ। ਇਸੇ ਲਈ ਅੱਜ ਕੱਲ੍ਹ ਦੇ ਸਰਕਿਟਸ ਦੇ ਵਿੱਚ SMPS ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸੀਗੀ ਪਰਿਭਾਸ਼ਾ। ਪਰਿਭਾਸ਼ਾ ਤੋਂ ਬਾਅਦ ਆਪਾਂ ਇਹ ਡਾਇਗਰਾਮ ਬਣਾਵਾਂਗੇ। ਡਾਇਗਰਾਮ ਦੇ ਵਿੱਚ ਦੇਖੋ ਇਹਦੇ 4 ਹਿੱਸੇ ਨੇ: ਇਨਪੁਟ ਸਟੇਜ, ਸਵਿਚਿੰਗ ਸੈਕਸ਼ਨ, ਆਉਟਪੁੱਟ ਸਟੇਜ, ਕੰਟਰੋਲ ਯੂਨਿਟ। ਡਾਇਗਰਾਮ ਵਿੱਚ ਦੇਖੋ ਇਹ ਸਾਡੀ ਹੈ ਇਨਪੁਟ ਸਟੇਜ, ਸਵਿਚਿੰਗ ਸੈਕਸ਼ਨ ਇਹ ਸਾਡਾ ਸਵਿਚਿੰਗ ਸੈਕਸ਼ਨ ਹੈ, ਆਉਟਪੁੱਟ ਸਟੇਜ ਇਹ ਸਾਡੀ ਆਉਟਪੁੱਟ ਸਟੇਜ ਹੈ, 4th ਵਨ ਇਜ਼ ਕੰਟਰੋਲ ਯੂਨਿਟ। ਪਾਵਰ ਸਪਲਾਈ AC ਟੂ DC ਕਨਵਰਟ ਕਰਦੀ ਹੈ। ਜੋ ਅਸੀਂ AC ਇਨਪੁਟ ਇੱਥੇ ਦਿੰਨੇ ਆ ਸਾਨੂੰ ਆਉਟਪੁੱਟ ਤੇ ਪਿਓਰ DC ਪ੍ਰੋਵਾਈਡ ਕਰਦੀ ਹੈ। ਇਹ ਕੰਮ ਕਿਹੜੇ ਬਲੌਕਸ ਕਰਦੇ ਨੇ ਉਹਨੂੰ 4 ਪਾਰਟਸ 'ਚ ਡਿਵਾਈਡ ਕੀਤਾ ਹੋਇਆ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਨਪੁਟ ਸੈਕਸ਼ਨ ਦੀ। ਜਦੋਂ ਅਸੀਂ AC ਇਨਪੁਟ ਇੱਥੇ ਦਿੰਨੇ ਆ ਤਾਂ ਇਸ ਦੇ ਵਿੱਚ ਸਾਨੂੰ ਪਲਸੇਟਿੰਗ DC ਮਿਲ ਜਾਂਦੀ ਹੈ। ਇੱਥੇ ਰੈਕਟੀਫਿਕੇਸ਼ਨ ਤੇ ਫਿਲਟਰੇਸ਼ਨ ਹੁੰਦੀ ਹੈ ਇਸ ਇਨਪੁਟ ਦੀ, ਤਾਂ ਇੱਥੇ ਸਾਨੂੰ ਪਲਸੇਟਿੰਗ DC ਮਿਲਦੀ ਹੈ। ਇਹ ਜਿਹੜੀ ਪਲਸੇਟਿੰਗ DC ਹੈ ਇਸ ਤੋਂ ਬਾਅਦ ਸਾਡੇ ਸਵਿਚਿੰਗ ਸੈਕਸ਼ਨ ਨੂੰ ਜਾਂਦੀ ਹੈ। ਸਵਿਚਿੰਗ ਸੈਕਸ਼ਨ ਦੇ ਵਿੱਚ ਮੌਸਫੈਟ ਜਾਂ ਫਿਰ ਪਾਵਰ ਟਰਾਂਜਿਸਟਰ ਵਰਤੇ ਜਾਂਦੇ ਨੇ ਜਿਹੜੇ ਔਨ ਆਫ ਦਾ ਕੰਮ ਕਰਦੇ ਨੇ। ਇਹ ਬਹੁਤ ਸਪੀਡ ਨਾਲ ਔਨ ਆਫ ਹੁੰਦੇ ਨੇ। ਜਿਹੜੀ ਇਹਦੀ ਆਉਟਪੁੱਟ ਹੈ ਉਹ ਫਿਰ ਦਿੱਤੀ ਜਾਂਦੀ ਹੈ ਟਰਾਂਸਫਾਰਮਰ ਨੂੰ, ਟਰਾਂਸਫਾਰਮਰ ਦੀ ਪ੍ਰਾਇਮਰੀ ਤੇ। ਉਸ ਤੋਂ ਬਾਅਦ ਟਰਾਂਸਫਾਰਮਰ ਦੀ ਸੈਕੰਡਰੀ ਤੇ ਜੋ ਆਉਟਪੁੱਟ ਆਉਂਦੀ ਹੈ ਉਸ ਨੂੰ ਦੁਬਾਰਾ ਰੈਕਟੀਫਾਈ ਤੇ ਫਿਲਟਰ ਕੀਤਾ ਜਾਂਦਾ ਹੈ। ਦੁਬਾਰਾ ਰੈਕਟੀਫਾਈ ਤੇ ਫਿਲਟਰ ਹੋਣ ਤੋਂ ਬਾਅਦ ਸਾਨੂੰ ਇੱਥੇ ਪਿਓਰ DC ਮਿਲਦੀ ਹੈ। ਕੰਟਰੋਲ ਯੂਨਿਟ ਦਾ ਕੀ ਕੰਮ ਹੈ? ਜਿਹੜੀ ਆਉਟਪੁੱਟ ਹੈ ਉਹਦਾ ਇੱਕ ਹਿੱਸਾ ਕੰਟਰੋਲ ਯੂਨਿਟ ਨੂੰ ਦੇ ਦਿੱਤਾ ਜਾਂਦਾ ਹੈ
ਕੰਟਰੋਲ ਯੂਨਿਟ ਜਿਹੜੀ ਸਾਡੀ ਡੀਸੀ ਪਾਵਰ ਸਪਲਾਈ ਹੈ ਉਹਨੂੰ ਕੰਪੇਅਰ ਕਰਦਾ ਹੈਗਾ ਸਾਡੀ ਰੈਫਰੈਂਸ ਵੋਲਟੇਜ ਨਾਲ। ਜੇ ਦੋਨਾਂ ਵਿੱਚ ਕੋਈ ਐਰਰ ਆਉਂਦੀ ਹੈ ਤਾਂ ਸਾਡੇ ਸਵਿਚਿੰਗ ਐਲੀਮੈਂਟ ਨੂੰ ਉਸ ਨੂੰ ਕਰੈਕਟ ਕਰਨ ਲਈ ਦੇ ਦਿੰਦਾ ਹੈ। ਜੇ ਡੀਸੀ ਸਪਲਾਈ ਬਿਲਕੁਲ ਬਰਾਬਰ ਹੈ ਤਾਂ ਸਰਕਿਟ ਸਾਨੂੰ ਆਊਟਪੁੱਟ ਤੇ ਡੀਸੀ ਸਪਲਾਈ ਦਿੰਦਾ ਰਹਿੰਦਾ ਹੈ। ਨੈਕਸਟ ਆਪਾਂ ਕਰਦੇ ਹਾਂ ਇਸ ਦੀਆਂ ਐਡਵਾਂਟੇजेस। ਇਸ ਦੀ ਐਫੀਸ਼ੀਐਂਸੀ 80 to 90% ਹੈ। ਇਹ ਸਰਕਿਟ ਬਹੁਤ ਹੀ ਲੋ ਹੀਟ ਪ੍ਰੋਡਿਊਸ ਕਰਦਾ ਹੈ, ਹੀਟ ਸਿੰਕਸ ਦੀ ਜ਼ਰੂਰਤ ਨਹੀਂ ਪੈਂਦੀ। ਇਸ ਸਰਕਿਟ ਦੀ ਖੁਦ ਦੀ ਪਾਵਰ ਕੰਜ਼ੰਪਸ਼ਨ ਬਹੁਤ ਹੀ ਘੱਟ ਹੈ। ਇਸ ਸਰਕਿਟ ਦਾ weight ਬਹੁਤ ਹੀ ਘੱਟ ਹੈ। ਇਹਦਾ ਸਾਈਜ਼ ਸਮਾਲ ਹੈ। ਇਸ ਦੀ ਕੀਮਤ ਘੱਟ ਹੈ ਤੇ ਇਸ ਤੇ ਆਪਾਂ ਬਹੁਤ ਸਾਰੀਆਂ ਵੋਲਟੇजेस ਇੱਕੋ ਸਰਕਿਟ ਤੋਂ ਅਬਟੇਨ ਕਰ ਸਕਦੇ ਹਾਂ। ਨੈਕਸਟ ਨੇ ਇਸ ਦੀਆਂ ਡਿਸਐਡਵਾਂਟੇजेस। ਇਸ ਦੇ ਵਿੱਚ ਨੋਇਜ਼ ਪ੍ਰੋਡਿਊਸ ਹੁੰਦਾ ਹੈ। ਇਸ ਦਾ ਸਰਕਿਟ ਕਾਫੀ ਕੰਪਲਿਕੇਟਡ ਹੈ ਕਿਉਂਕਿ ਬਹੁਤ ਸਾਰੇ ਕੰਪੋਨੈਂਟਸ ਲੱਗੇ ਹੋਏ ਨੇ। ਇਸ ਸਰਕਿਟ ਦੇ ਵਿੱਚ ਇਲੈਕਟ੍ਰੋਮੈਗਨੈਟਿਕ ਇੰਟਰਫੇਰੈਂਸ ਦੀ ਪ੍ਰੋਬਲਮ ਆਉਂਦੀ ਹੈ। ਨੈਕਸਟ ਨੇ ਟਾਈਪਸ ਨੂੰ ਆਪਾਂ ਡਿਟੇਲ ਵਿੱਚ ਨਹੀਂ ਕਰਨਾ, ਜਸਟ ਇਹਨਾਂ ਦੇ ਨੇਮ ਕਰਨੇ ਹੈ। AC to DC ਕਨਵਰਟਰ ਆਉਂਦਾ ਹੈ, DC to DC ਕਨਵਰਟਰ, ਫਲਾਈਬੈਕ ਕਨਵਰਟਰ ਐਂਡ ਫਾਰਵਰਡ ਕਨਵਰਟਰ। ਲਾਸਟ ਹੈ ਕਿ ਕਿੱਥੇ ਵਰਤੀ ਜਾਂਦੀ ਹੈ ਪਾਵਰ ਸਪਲਾਈ। ਕੰਪਿਊਟਰ, ਟੀਵੀ ਰਿਸੀਵਰ, ਲੈਪਟਾਪ, ਵਹੀਕਲਸ, ਸਿਕਿਉਰਿਟੀ ਸਿਸਟਮ ਜਾਂ ਹੋਰ ਵੀ ਇਲੈਕਟ੍ਰੋਨਿਕ ਇਕਵਿਪਮੈਂਟ ਜਿੱਥੇ ਸਾਨੂੰ AC, DC ਜਾਂ ਫਿਰ DC ਪਾਵਰ ਸਪਲਾਈ ਚਾਹੀਦੀ ਹੁੰਦੀ ਹੈ। ਉਹ ਮੋਬਾਈਲ ਚਾਰਜਰਸ ਇਹਦੀ ਬੈਸਟ ਐਗਜ਼ਾਮਪਲ ਹੈ। ਸੋ ਇਹ ਸੀਗਾ ਆਪਣਾ ਟੌਪਿਕ SMPS। ਮਿਲਦੇ ਹਾਂ ਨੈਕਸਟ ਵੀਡੀਓ 'ਚ ਨੈਕਸਟ ਟੌਪਿਕ ਨਾਲ। ਥੈਂਕ ਯੂ।